ਓਸ਼ੋ ਦੇ ਲੈਕਚਰ। ਮੈਂ ਸਾਧਕਾਂ ਨੂੰ ਦੇਖਦਾ ਹਾਂ ਤਾਂ ਪਾਉਂਦਾ ਹਾਂ ਕਿ ਉਹ ਸਾਰੇ ਮਨ ਨੂੰ ਸਾਧਨ 'ਚ ਲੱਗੇ ਹੋਏ ਹਨ। ਮਨ ਨੂੰ ਸਾਧਨ ਨਾਲ ਸੱਚ ਨਹੀਂ ਮਿਲਦਾ, ਉਲਟਾ ਉਹੀ ਤਾਂ ਸੱਚ ਦੇ ਅਨੁਭਵ 'ਚ ਰੋਕ ਹੈ। ਮਨ ਨੂੰ ਸਾਧਨਾ ਨਹੀਂ ਵਿਸਰਜਿਤ ਕਰਨਾ ਹੈ। ਮਨ ਨੂੰ ਛੱਡੋ, ਫਿਰ ਦੁਆਰ ਮਿਲਦਾ ਹੈ। ਧਰਮ ਮਨ 'ਚ ਜਾਂ ਮਨ ਨਾਲ ਪ੍ਰਾਪਤ ਨਹੀਂ ਹੁੰਦਾ, ਉਹ ਆਮਨ ਦੀ ਸਥਿਤੀ 'ਚ ਪ੍ਰਾਪਤ ਹੁੰਦਾ ਹੈ। ਮਾਤਸੂ ਸਾਧਨਾ ਵਿੱਚ ਸੀ। ਉਹ ਆਪਣੇ ਗੁਰੂ ਆਸ਼ਰਮ ਦੇ ਇੱਕ ਇਕਾਂਤ ਝੌਂਪੜੇ 'ਚ ਰਹਿੰਦਾ ਤੇ ਭਟਕਦੇ ਮਨ ਨੂੰ ਸਾਧਨ ਦਾ ਅਭਿਆਸ ਕਰਦਾ। ਜੋ ਉਹਨੂੰ ਮਿਲਣ ਵੀ ਜਾਂਦੇ, ਉਹਨਾਂ ਦੇ ਵੱਲ ਉਹ ਕਦੇ ਕੋਈ ਧਿਆਨ ਨਹੀਂ ਦਿੰਦਾ ਸੀ। ਉਸ ਦਾ ਗੁਰੂ ਉਹਦੇ ਝੌਂਪੜੇ 'ਚ ਗਿਆ। ਮਾਤਸੂ ਨੇ ਉਹਦੇ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ, ਪਰ ਉਹਦਾ ਗੁਰੂ ਪੂਰਾ ਦਿਨ ਉੱਥੇ ਹੀ ਬੈਠਾ ਰਿਹਾ ਤੇ ਇੱਕ ਇੱਟ ਨੂੰ ਪੱਥਰ ਤੇ ਘਸਾਉਂਦਾ ਰਿਹਾ। ਮਾਤਸੂ ਤੋਂ ਅਖੀਰੀ ਨਾ ਰਿਹਾ ਗਿਆ ਤੇ ਉਹਨੇ ਪੁੱਛਿਆ, ਤੁਸੀਂ ਇਹ ਕੀ ਕਰ ਰਹੇ ਹੋ? ਗੁਰੂ ਨੇ ਕਿਹਾ, ਇਸ ਇੱਟ ਦਾ ਸ਼ੀਸ਼ਾ ਬਣਾਉਣਾ ਹੈ। ਮਾਤਸੂ ਨੇ ਕਿਹਾ, ਇੱਟ ਦਾ ਸ਼ੀਸ਼ਾ? ਪਾਗਲ ਹੋਏ ਹੋ? ਜੀਵਨ ਭਰ ਵੀ ਘਸਾਉਣ ਨਾਲ ਨਹੀਂ ਬਣੇਗਾ। ਇਹ ਸੁਣ ਗੁਰੂ ਹੱਸਣ ਲੱਗਿਆ ਤੇ ਉਹਨੇ ਮਾਤਸੂ ਤੋਂ ਪੁੱਛਿਆ, ਫਿਰ ਤੂੰ ਕੀ ਕਰ ਰਿਹਾ? ਇੱਟ ਸ਼ੀਸ਼ਾ ਨਹੀਂ ਬਣੇਗੀ ਤਾਂ ਕੀ ਮਨ ਸ਼ੀਸ਼ਾ ਬਣ ਸਕਦਾ? ਇੱਟ ਵੀ ਸ਼ੀਸ਼ਾ ਨਹੀਂ ਬਣੇਗੀ, ਮਨ ਵੀ ਸ਼ੀਸ਼ਾ ਨਹੀਂ ਬਣੇਗਾ। ਮਨ ਹੀ ਤਾਂ ਉਹ ਧੂੜ ਹੈ ਜਿਹਨੇ ਸ਼ੀਸ਼ੇ ਨੂੰ ਢਕਿਆ ਹੈ। ਉਹਨੂੰ ਛੱਡੋ ਤੇ ਅਲੱਗ ਕਰੋ, ਫਿਰ ਸੱਚ ਪ੍ਰਾਪਤ ਹੁੰਦਾ ਹੈ। ਵਿਚਾਰਾਂ ਦਾ ਸੰਗ੍ਰਹਿ ਮਨ ਹੈ ਤੇ ਵਿਚਾਰ ਬਾਹਰੋਂ ਆਏ ਧੂੜ ਕਣ ਹਨ। ਉਹਨਾਂ ਨੂੰ ਅਲੱਗ ਕਰਨਾ ਹੈ। ਉਹਨਾਂ ਦੇ ਹਟਣ ਤੇ ਜੋ ਬਾਕੀ ਰਹਿ ਜਾਂਦਾ ਹੈ, ਉਹ ਨਿਰਦੋਸ਼ ਚੇਤਨਾ ਸਦਾ ਤੋਂ ਹੀ ਨਿਰਦੋਸ਼ ਹੈ। ਨਿਰਵਿਚਾਰ ਵਿੱਚ, ਉਸ ਆ ਮਨ ਦੀ ਸਥਿਤੀ ਵਿੱਚ, ਉਸ ਸਨਾਤਨ ਸੱਚ ਦੇ ਦਰਸ਼ਨ ਹੁੰਦੇ ਹਨ ਜੋ ਕਿ ਵਿਚਾਰਾਂ ਦੇ ਧੂਏਂ 'ਚ ਛਿਪ ਗਿਆ। ਵਿਚਾਰਾਂ ਦਾ ਧੂੰਆਂ ਨਾ ਹੋਵੇ ਤਾਂ ਫਿਰ ਚੇਤਨਾ ਦੀ ਨਿਰਧੂਮ ਜੋਤੀ ਸ਼ਿਖਾ ਹੀ ਬਾਕੀ ਰਹਿ ਜਾਂਦੀ ਹੈ। ਉਹੀ ਪਾਉਣਾ, ਉਹੀ ਹੋਣਾ। ਸਾਧਨਾ ਦੀ ਸਾਧ ਉਹੀ ਹੈ। ਓਸ਼ੋ ਦਾ ਲੈਕਚਰ। ਸੁਬਹ ਸੀ, ਫਿਰ ਦੁਪਹਿਰ ਆਈ, ਹੁਣ ਸੂਰਜ ਡੁੱਬਣ ਨੂੰ ਹੈ। ਇੱਕ ਸੁੰਦਰ ਆਥਣ ਪੱਛਮ ਤੇ ਫੈਲ ਰਹੀ ਹੈ। ਮੈਂ ਰੋਜ਼ ਦਿਨ ਨੂੰ ਚੜ੍ਹਦੇ ਵੇਖਦਾ ਹਾਂ, ਦਿਨ ਨੂੰ ਛਾਉਂਦੇ ਵੇਖਦਾ ਹਾਂ, ਦਿਨ ਨੂੰ ਡੁੱਬਦੇ ਦੇਖਦਾ। ਫਿਰ ਇਹ ਦੇਖਦਾ ਕਿ ਨਾ ਤਾਂ ਮੈਂ ਉੱਗਿਆ, ਨਾ ਮੈਂ ਦੁਪਹਿਰ ਪਾਈ ਤੇ ਨਾ ਹੀ ਮੈਂ ਅਸਤ ਪਾਉਂਦਾ ਹਾਂ। ਕੱਲ ਯਾਤਰਾ ਤੋਂ ਮੁੜਿਆ ਤਾਂ ਇਹੋ ਦੇਖ ਰਿਹਾ ਸੀ। ਸਭ ਯਾਤਰਾਵਾਂ ਵਿੱਚ ਅਜਿਹਾ ਹੀ ਅਨੁਭਵ ਹੁੰਦਾ ਹੈ। ਰਾਹ ਬਦਲਦੀ ਹੈ ਪਰ ਰਾਹੀ ਨਹੀਂ ਬਦਲਦਾ। ਯਾਤਰਾ ਤਾਂ ਪਰਿਵਰਤਨ ਹੈ, ਪਰ ਯਾਤਰੀ ਅਪਰਿਵਰਤਿਤ ਲੱਗਦਾ ਹੈ। ਕੱਲ ਕਿੱਥੇ ਸੀ, ਅੱਜ ਕਿੱਥੇ ਹਾਂ, ਕਦੇ ਕੀ ਸੀ, ਹੁਣ ਕੀ ਹੈ। ਪਰ ਜੋ ਮੈਂ ਕੱਲ ਸੀ ਉਹੀ ਅੱਜ ਵੀ ਹਾਂ, ਜੋ ਮੈਂ ਕਦੇ ਸੀ ਉਹੀ ਹੁਣ ਵੀ ਹਾਂ। ਸਰੀਰ ਉਹੀ ਨਹੀਂ ਹੈ, ਮਨ ਉਹੀ ਨਹੀਂ ਹੈ, ਪਰ ਮੈਂ ਉਹੀ ਹਾਂ। ਦਿਸ਼ਾ ਤੇ ਕਾਲ 'ਚ ਪਰਿਵਰਤਨ ਹੈ, ਪਰ ਮੈਂ ਵਿੱਚ ਪਰਿਵਰਤਨ ਨਹੀਂ ਹੈ। ਸਭ ਪਰਵਾਹ ਹੈ, ਇਹ ਮੈਂ ਪਰਵਾਹ ਦਾ ਅੰਗ ਨਹੀਂ ਹੈ। ਇਹ ਉਹਨਾਂ ਵਿੱਚ ਹੋ ਕੇ ਵੀ ਉਹਨਾਂ ਤੋਂ ਬਾਹਰ ਤੇ ਉਹਨਾਂ ਦਾ ਅਤੀਤ ਹੈ। ਇਹ ਨਿਤ ਯਾਤਰੀ, ਇਹ ਚਿਰ ਨੂਤਨ, ਚਿਰ ਪਛਾਤਾ ਯਾਤਰੀ ਹੀ ਆਤਮਾ ਹੈ। ਪਰਿਵਰਤਨ ਦੇ ਇਸ ਜਗਤ ਵਿੱਚ ਇਸ ਅਪਰਿਵਰਤਿਤ ਦੇ ਪ੍ਰਤੀ ਜਾਗ ਜਾਣਾ ਹੀ ਮੁਕਤੀ ਹੈ। ਓਸ਼ੋ ਦਾ ਪ੍ਰਵਚਨ। ਮੈਂ ਤੁਹਾਨੂੰ ਦੇਖਦਾ ਹਾਂ, ਤੁਹਾਡੇ ਜੋ ਪਾਰ ਹੈ ਉਸ ਨੂੰ ਵੀ ਦੇਖਦਾ ਹਾਂ। ਸਰੀਰ ਤੇ ਜੋ ਰੁਕ ਜਾਣ ਉਹ ਅੱਖਾਂ ਦੇਖਦੀਆਂ ਹੀ ਨਹੀਂ ਹਨ। ਸਰੀਰ ਕਿੰਨਾ ਪਾਰਦਰਸ਼ੀ ਹੈ। ਸੱਚ ਹੀ ਦੇਹ ਕਿੰਨੀ ਹੀ ਠੋਸ ਕਿਉਂ ਨਾ ਹੋਵੇ, ਉਹਨੂੰ ਤਾਂ ਨਹੀਂ ਛਿਪਾ ਪਾਉਂਦੀ ਜੋ ਕਿ ਪਿੱਛੇ ਹੈ। ਪਰ ਅੱਖਾਂ ਹੀ ਨਾ ਹੋਣ ਤਾਂ ਦੂਸਰੀ ਗੱਲ ਹੈ। ਫਿਰ ਤਾਂ ਸੂਰਜ ਵੀ ਨਹੀਂ ਹੈ। ਸਭ ਖੇਲ ਅੱਖਾਂ ਦਾ ਹੈ। ਵਿਚਾਰ ਤੇ ਤਰਕ ਨਾਲ ਕੋਈ ਪ੍ਰਕਾਸ਼ ਨੂੰ ਨਹੀਂ ਜਾਣਦਾ। ਵਾਸਤਵਿਕ ਅੱਖ ਦੀ ਪੂਰਤੀ ਕਿਸੇ ਹੋਰ ਸਾਧਨ ਤੋਂ ਨਹੀਂ ਹੋ ਸਕਦੀ। ਅੱਖ ਚਾਹੀਦੀ ਹੈ, ਆਤਮਿਕ ਨੂੰ ਦੇਖਣ ਵਾਲੀ ਅੱਖ ਚਾਹੀਦੀ ਹੈ। ਇੱਕ ਅੰਤਰ ਦ੍ਰਿਸ਼ਟੀ ਚਾਹੀਦੀ ਹੈ। ਉਹ ਹੈ ਤਾਂ ਸਭ ਕੁਝ ਹੈ,
ਨਹੀਂ ਤਾਂ ਨਾ ਪ੍ਰਕਾਸ਼ ਹੈ ਨਾ ਪ੍ਰਭੂ ਹੈ। ਤੇ ਜੋ ਵੀ ਦੂਸਰੇ ਦੀ ਦੇਹ ਦੇ ਪਾਰ ਦੀ ਸੱਤਾ ਨੂੰ ਦੇਖਣਾ ਚਾਹੇ, ਉਹਨੂੰ ਪਹਿਲਾਂ ਆਪਣੀ ਮ੍ਰਿਤ ਸੱਤਾ ਦੇ ਅਤੀਤ ਵਿੱਚ ਝਾਕਣਾ ਹੁੰਦਾ ਹੈ। ਜਿੱਥੋਂ ਤੱਕ ਮੈਂ ਆਪਣੇ ਗਹਿਰੇ 'ਚ ਦੇਖਦਾ, ਉੱਥੋਂ ਤੱਕ ਹੋਰ ਦੇਹਾਂ ਵੀ ਪਾਰਦਰਸ਼ੀ ਹੋ ਜਾਂਦੀਆਂ। ਜਿੰਨੀ ਦੂਰ ਤੱਕ ਮੈਂ ਆਪਣੀ ਜੜਤਾ ਵਿੱਚ ਚੇਤਨਤਾ ਦੀ ਖੋਜ ਕਰ ਲੈਂਦਾ, ਉਨੀ ਦੂਰ ਤੱਕ ਸਾਰਾ ਜੜ ਜਗਤ ਮੇਰੇ ਲਈ ਚੇਤਨਤਾ ਨਾਲ ਭਰ ਜਾਂਦਾ ਹੈ। ਜੋ ਮੈਂ ਹਾਂ, ਸੰਸਾਰ ਵੀ ਉਹੀ ਹੈ। ਜਿਸ ਦਿਨ ਮੈਂ ਸਮਗਰਤਾ ਵਿੱਚ ਆਪਣੀ ਚੇਤਨਤਾ ਨੂੰ ਜਾਣ ਲਵਾਂਗਾ, ਉਸੇ ਦਿਨ ਸੰਸਾਰ ਨਹੀਂ ਰਹਿ ਜਾਂਦਾ। ਸਵੈ ਅਗਿਆਨ ਸੰਸਾਰ ਹੈ, ਆਤਮ ਗਿਆਨ ਮੁਕਤੀ ਹੈ। ਇਹੀ ਰੋਜ਼ ਕਰ ਰਿਹਾ, ਇਹੀ ਹਰ ਇੱਕ ਨੂੰ ਕਹਿ ਰਿਹਾ। ਇੱਕ ਵਾਰ ਦੇਖੋ ਕਿ ਕੌਣ ਤੁਹਾਡੇ ਅੰਦਰ ਬੈਠਾ ਹੋਇਆ ਹੈ। ਇਸ ਹੱਡ ਮਾਸ ਦੀ ਦੇਹ 'ਚ ਕੌਣ ਵਿਰਾਜਮਾਨ ਹੋਇਆ ਹੈ? ਕੌਣ ਹੈ ਆਬੱਧ ਤੁਹਾਡੇ ਬਾਹਰੀ ਰੂਪ ਵਿੱਚ? ਇਸ ਛੋਟੇ ਸਰੂਪ 'ਚ ਕੌਣ ਵਿਰਾਟ ਵਿਰਾਜਮਾਨ ਹੈ? ਕੌਣ ਹੈ ਇਹ ਚੇਤਨਤਾ? ਕੀ ਹੈ ਇਹ ਚੇਤਨਤਾ? ਇਹ ਪੁੱਛੇ ਬਿਨਾ, ਇਹ ਜਾਣੇ ਬਿਨਾ ਜੀਵਨ ਸਾਰਥਕ ਨਹੀਂ ਹੈ। ਮੈਂ ਸਭ ਕੁਝ ਜਾਣ ਲਵਾਂ, ਖੁਦ ਨੂੰ ਛੱਡ ਕੇ, ਤਾਂ ਉਸ ਗਿਆਨ ਦਾ ਮੁੱਲ ਨਹੀਂ ਹੈ। ਜਿਸ ਸ਼ਕਤੀ ਨਾਲ ਪਰ ਜਾਣਿਆ ਜਾਂਦਾ ਹੈ, ਉਹ ਸ਼ਕਤੀ ਖੁਦਾ ਨੂੰ ਵੀ ਜਾਣਨ 'ਚ ਸਮਰੱਥ ਹੈ। ਜੋ ਹੋਰ ਨੂੰ ਜਾਣ ਸਕਦੀ ਹੈ, ਉਹ ਖੁਦ ਨੂੰ ਕਿਵੇਂ ਨਹੀਂ ਜਾਣ ਸਕਦੀ? ਸਿਰਫ ਦਿਸ਼ਾ ਪਰਿਵਰਤਨ ਦੀ ਗੱਲ ਹੈ। ਜੋ ਦਿਸ ਰਿਹਾ ਹੈ, ਉਸ ਤੋਂ ਉਸ ਤੇ ਚੱਲਣਾ ਹੈ ਜੋ ਕਿ ਦੇਖ ਰਿਹਾ ਹੈ। ਦ੍ਰਿਸ਼ ਨਾਲ ਦ੍ਰਿਸ਼ਟਾ ਤੇ ਧਿਆਨ ਪਰਿਵਰਤਨ ਆਤਮ ਗਿਆਨ ਦੀ ਕੁੰਜੀ ਹੈ। ਵਿਚਾਰ ਪ੍ਰਵਾਹ ਵਿੱਚੋਂ ਉਸ ਤੇ ਜਾਗੋ ਜੋ ਉਹਨਾਂ ਦਾ ਵੀ ਸਾਖੀ ਹੈ, ਅਤੇ ਇੱਕ ਕ੍ਰਾਂਤੀ ਦੱਬ ਜਾਂਦੀ ਹੈ। ਕੋਈ ਅਵਰੁੱਧ ਝਰਨਾ ਜਿਵੇਂ ਫੁੱਟ ਪਿਆ ਹੋਵੇ, ਇਸ ਤਰ੍ਹਾਂ ਚੇਤਨਤਾ ਦੀ ਧਾਰਾ ਜੀਵਨ ਨਾਲ ਸਾਰੀ ਜੜਤਾ ਨੂੰ ਵਹਾ ਲੈ ਜਾਂਦੀ ਹੈ। ਧੰਨਵਾਦ। ਓਸ਼ੋ ਦਾ ਪ੍ਰਵਚਨ। ਕੱਲ ਸ਼ਾਮ ਤੱਕ ਇੱਕ ਪੌਦੇ 'ਚ ਪ੍ਰਾਣ ਸਨ। ਉਹਦੀਆਂ ਜੜ੍ਹਾਂ ਜ਼ਮੀਨ 'ਚ ਸਨ ਤੇ ਪੱਤਿਆਂ 'ਚ ਜੀਵਨ ਸੀ। ਉਸ 'ਚ ਹਰਿਆਲੀ ਸੀ ਤੇ ਚਮਕ ਸੀ। ਹਵਾ 'ਚੋਂ ਡੋਲਦਾ ਸੀ ਤਾਂ ਉਸ 'ਚੋਂ ਆਨੰਦ ਝਰਦਾ ਸੀ। ਉਹਦੇ ਕੋਲੋਂ ਮੈਂ ਕਈ ਵਾਰ ਗੁਜ਼ਰਿਆ ਸਾਂ ਤੇ ਉਹਦੇ ਜੀਵਨ ਸੰਗੀਤ ਨੂੰ ਅਨੁਭਵ ਕੀਤਾ ਸੀ। ਫਿਰ ਕੱਲ ਇਹ ਹੋਇਆ, ਕਿਸੇ ਨੇ ਉਹਨੂੰ ਖਿੱਚ ਦਿੱਤਾ, ਉਹਦੀਆਂ ਜੜ੍ਹਾਂ ਹਿੱਲ ਗਈਆਂ। ਅੱਜ ਜਦੋਂ ਮੈਂ ਉਹਦੇ ਕੋਲ ਗਿਆ ਤਾਂ ਦੇਖਿਆ ਕਿ ਉਹਦੇ ਸਾਹ ਨਿਕਲ ਗਏ ਹਨ। ਜ਼ਮੀਨ ਨਾਲੋਂ ਹਟ ਜਾਣ ਤੇ ਅਜਿਹਾ ਹੀ ਹੁੰਦਾ ਹੈ। ਸਾਰਾ ਖੇਡ ਜੜ੍ਹਾਂ ਦਾ ਹੈ। ਉਹ ਦਿਸਦੀਆਂ ਨਹੀਂ, ਪਰ ਜੀਵਨ ਦਾ ਸਾਰਾ ਭੇਦ ਉਹਨਾਂ ਵਿੱਚ ਹੈ। ਪੌਦੇ ਦੀਆਂ ਜੜ੍ਹਾਂ ਹੁੰਦੀਆਂ ਹਨ, ਮਨੁੱਖ ਦੀਆਂ ਵੀ ਜੜ੍ਹਾਂ ਹੁੰਦੀਆਂ ਹਨ। ਪੌਦੇ ਦੀ ਜ਼ਮੀਨ ਹੈ, ਮਨੁੱਖ ਦੀ ਵੀ ਜ਼ਮੀਨ ਹੈ। ਪੌਦੇ ਜ਼ਮੀਨ 'ਚੋਂ ਜੜ੍ਹਾਂ ਹਟਾਉਂਦੇ ਹੀ ਸੁੱਕ ਜਾਂਦੇ ਹਨ, ਮਨੁੱਖ ਵੀ ਸੁੱਕ ਜਾਂਦਾ ਹੈ। ਆਲਵੇਅਰ ਕਾਮੂ ਦੀ ਕਿਤਾਬ ਪੜ੍ਹਦਾ ਸੀ। ਉਹਦੀ ਪਹਿਲੀ ਲਾਈਨ ਹੈ ਕਿ ਆਤਮ ਹੱਤਿਆ ਸਿਰਫ ਮਹੱਤਵਪੂਰਨ ਦਾਰਸ਼ਨਿਕ ਸਮੱਸਿਆ ਹੈ। ਕਿਉਂ? ਕਿਉਂਕਿ ਹੁਣ ਮਨੁੱਖ ਨੂੰ ਜੀਵਨ 'ਚ ਕੋਈ ਪ੍ਰਯੋਜਨ ਨਹੀਂ ਮਾਲੂਮ ਹੁੰਦਾ। ਸਭ ਵਿਅਰਥ ਤੇ ਬਿਨਾਂ ਪ੍ਰਯੋਜਨ ਹੋ ਗਿਆ ਹੈ। ਹੋਇਆ ਇਹ ਕਿ ਸਾਡੀਆਂ ਜੜ੍ਹਾਂ ਹਿੱਲ ਗਈਆਂ ਹਨ। ਹੋਇਆ ਇਹ ਕਿ ਉਸ ਮੂਲ ਜੀਵਨ ਸਰੋਤ ਨਾਲੋਂ ਸਾਡੇ ਸੰਬੰਧ ਟੁੱਟ ਗਏ ਹਨ, ਜਿਸ ਦੇ ਅਭਾਵ ਵਿੱਚ ਜੀਵਨ ਇੱਕ ਬੇਅਰਥ ਜਿਹੀ ਕਹਾਣੀ ਰਹਿ ਜਾਂਦਾ ਹੈ। ਮਨੁੱਖ ਨੂੰ ਦੁਬਾਰਾ ਜੜ੍ਹਾਂ ਦੇਣੀਆਂ ਹਨ ਤੇ ਮਨੁੱਖ ਨੂੰ ਦੁਬਾਰਾ ਜ਼ਮੀਨ ਦੇਣੀ ਹੈ। ਉਹ ਜੜ੍ਹਾਂ ਆਤਮਾ ਦੀਆਂ ਹਨ, ਉਹ ਜ਼ਮੀਨ ਧਰਮ ਦੀ ਹੈ। ਇੰਨਾ ਹੋ ਸਕੇ ਤਾਂ ਮਨੁੱਖਤਾ ਵਿੱਚ ਦੁਬਾਰਾ ਫੁੱਲ ਆ ਸਕਦੇ ਹਨ। ਧੰਨਵਾਦ। ਓਸ਼ੋ ਦਾ ਪ੍ਰਵਚਨ। ਇੱਕ ਪਰਿਵਾਰ ਵਿੱਚ ਸੱਦਿਆ ਸੀ। ਸ਼ਾਮ ਨੂੰ ਉੱਥੋਂ ਮੁੜਿਆ, ਇੱਕ ਮਿੱਠੀ ਘਟਨਾ ਉੱਥੇ ਵਾਪਰੀ। ਬਹੁਤ ਬੱਚੇ ਉਸ ਘਰ ਵਿੱਚ ਸਨ। ਉਹਨਾਂ ਨੇ ਤਾਸ਼ ਦੇ ਪੱਤਿਆਂ ਦਾ ਇੱਕ ਮਹਿਲ ਬਣਾਇਆ ਸੀ। ਮੈਨੂੰ ਦਿਖਾਉਣ ਲੈ ਗਏ। ਸੁੰਦਰ ਸੀ। ਮੈਂ ਪ੍ਰਸ਼ੰਸਾ ਕੀਤੀ। ਗ੍ਰਹਿਣੀ ਬੋਲੀ, ਤਾਸ਼ ਦੇ ਪੱਤਿਆਂ ਦੇ ਮਹਿਲ ਦੀ ਕੀਤੀ ਹੋਈ ਪ੍ਰਸ਼ੰਸਾ ਥੋੜਾ ਜਿਹਾ ਹਵਾ ਦਾ ਬੁੱਲਾ ਸਭ ਕੁਝ ਮਿੱਟੀ ਕਰ ਦਿੰਦਾ ਹੈ। ਮੈਂ ਹੱਸਣ ਲੱਗਿਆ ਤਾਂ ਬੱਚਿਆਂ ਨੂੰ ਪੁੱਛਿਆ, ਕਿਉਂ ਹੱਸਦੇ ਹੋ? ਇਹ ਗੱਲ ਹੀ ਹੁੰਦੀ ਸੀ ਕਿ ਮਹਿਲ ਹਿੱਲ ਹਿਲਾ ਕੇ ਡਿੱਗ ਪਿਆ। ਬੱਚੇ ਉਦਾਸ ਹੋ ਗਏ। ਗ੍ਰਹਿਣੀ ਬੋਲੀ, ਦੇਖਿਆ? ਮੈਂ ਕਿਹਾ, ਦੇਖਿਆ, ਪਰ ਮੈਂ ਹੋਰ ਮਹਿਲ ਵੀ ਦੇਖੇ ਹਨ ਤੇ ਸਭ ਮਹਿਲ ਇਸੇ ਤਰ੍ਹਾਂ ਡਿੱਗ ਪੈਂਦੇ ਹਨ। ਪੱਥਰ ਦੇ ਠੋਸ ਮਹਿਲ ਵੀ ਪੱਤਿਆਂ ਦੇ ਹੀ ਮਹਿਲ ਹਨ। ਬੱਚਿਆਂ ਦੇ ਹੀ ਨਹੀਂ, ਬੁੱਢਿਆਂ ਦੇ ਮਹਿਲ ਵੀ ਪੱਤਿਆਂ ਦੇ ਮਹਿਲ ਹੀ ਹੁੰਦੇ ਹਨ।
ਅਸੀਂ ਸਭ ਮਹਿਲ ਬਣਾਉਂਦੇ ਹਾਂ। ਕਲਪਨਾ ਤੇ ਸੁਪਨਿਆਂ ਦੇ ਮਹਿਲ ਤੇ ਫਿਰ ਹਵਾ ਦਾ ਬੁੱਲਾ ਸਭ ਮਿੱਟੀ ਕਰ ਜਾਂਦਾ ਹੈ। ਇਸ ਅਰਥ ਵਿੱਚ ਅਸੀਂ ਸਭ ਬੱਚੇ ਹਾਂ। ਸਭ ਦਾ ਪ੍ਰੌੜ ਹੋਣਾ ਕਦੇ-ਕਦੇ ਹੁੰਦਾ ਹੈ, ਨਹੀਂ ਤਾਂ ਅਧਿਕ ਬੱਚੇ ਹੀ ਮਰ ਜਾਂਦੇ ਹੈ। ਸਭ ਮਹਿਲ ਤਾਸ਼ ਦੇ ਮਹਿਲ ਹਨ। ਇਹ ਜਾਣਨ ਨਾਲ ਵਿਅਕਤੀ ਪ੍ਰੌੜ ਹੋ ਜਾਂਦਾ ਹੈ। ਫਿਰ ਵੀ ਉਹਨਾਂ ਨੂੰ ਬਣਾਉਣ 'ਚ ਰੁੱਝਿਆ ਹੋ ਸਕਦਾ ਹੈ, ਪਰ ਉਦੋਂ ਸਭ ਅਭਿਨੈ ਹੁੰਦਾ ਹੈ। ਇਹ ਜਾਣਨਾ ਕਿ ਸੰਸਾਰ ਅਭਿਨੈ ਹੈ, ਸੰਸਾਰ ਤੋਂ ਮੁਕਤ ਹੋ ਜਾਣਾ ਹੈ। ਇਸ ਸਥਿਤੀ 'ਚ ਜੋ ਪਾਇਆ ਜਾਂਦਾ ਹੈ ਉਹੀ ਸਿਰਫ ਕਿਸੇ ਹਵਾਈ ਬੁੱਲੇ ਨਾਲ ਨਸ਼ਟ ਨਹੀਂ ਹੁੰਦਾ। ਓਸ਼ੋ ਦਾ ਲੈਕਚਰ। ਕੱਲ ਰਾਤੀ ਮੀਂਹ ਪਿਆ ਸੀ। ਮੌਸਮ ਗਿੱਲਾ ਹੈ। ਹੁਣੇ ਫੇਰ ਫੁਹਾਰ ਆਉਣੀ ਸ਼ੁਰੂ ਹੋ ਗਈ। ਹਵਾਵਾਂ ਨਮ ਹੋ ਗਈਆਂ ਹਨ ਤੇ ਦਰਖਤਾਂ ਤੋਂ ਕਿਰਦੇ ਪੱਤਿਆਂ ਨੂੰ ਦਰਵਾਜ਼ੇ ਤੱਕ ਲਿਆ ਰਹੀਆਂ ਹਨ। ਲੱਗਦਾ ਹੈ ਪਤਝੜ ਹੋ ਰਹੀ ਹੈ ਤੇ ਬਸੰਤ ਦੇ ਆਗਮਨ ਦੀ ਤਿਆਰੀ ਹੈ। ਰਸਤੇ ਪੱਤਿਆਂ ਨਾਲ ਢਕੇ ਜਾ ਰਹੇ ਹਨ ਤੇ ਉਹਨਾਂ ਦੇ ਚੱਲਣ ਨਾਲ ਸੁੱਕੇ ਪੱਤੇ ਮਿੱਠੀ ਜਿਹੀ ਆਵਾਜ਼ ਕਰਦੇ ਹਨ। ਮੈਂ ਉਹਨਾਂ ਪੱਤਿਆਂ ਨੂੰ ਦੇਰ ਤੱਕ ਦੇਖਦਾ ਰਿਹਾ। ਜੋ ਪੱਕ ਜਾਂਦਾ ਹੈ ਉਹ ਡਿੱਗ ਜਾਂਦਾ ਹੈ। ਪੱਤਿਆਂ ਤੇ ਪੱਤੇ ਸਵੇਰ ਤੋਂ ਸ਼ਾਮ ਤੱਕ ਡਿੱਗ ਰਹੇ ਹਨ, ਪਰ ਦਰਖਤਾਂ ਨੂੰ ਉਹਨਾਂ ਦੇ ਡਿੱਗਣ ਨਾਲ ਕੋਈ ਦਰਦ ਨਹੀਂ ਹੋ ਰਿਹਾ। ਇਸ ਨਾਲ ਜੀਵਨ ਦਾ ਇੱਕ ਅਦਭੁਤ ਨਿਯਮ ਸਮਝ 'ਚ ਆਉਂਦਾ ਹੈ। ਕੁਝ ਵੀ ਕੱਚਾ ਤੋੜਨ ਵਿੱਚ ਕਸ਼ਟ ਹੈ, ਪੱਕਣ ਤੇ ਟੁੱਟਣਾ ਖੁਦ ਹੀ ਹੋ ਜਾਂਦਾ ਹੈ। ਇੱਕ ਸੰਨਿਆਸੀ ਆਏ ਹਨ। ਤਿਆਗ ਉਹਨਾਂ ਲਈ ਆਨੰਦ ਨਹੀਂ ਬਣ ਪਾਇਆ ਹੈ। ਇੱਕ ਕਸ਼ਟ ਹੈ, ਕਠਿਨਾਈ ਹੈ। ਸੰਨਿਆਸ ਖੁਦ ਤੋਂ ਨਹੀਂ ਆਇਆ, ਲਿਆਂਦਾ ਗਿਆ। ਮੋਹ ਦੇ, ਅਗਿਆਨ ਦੇ, ਪਰਿਗ੍ਰਹਿ ਦੇ, ਅਹੰਕਾਰ ਦੇ ਪੱਤੇ ਅਜੇ ਕੱਚੇ ਹਨ। ਜ਼ਬਰਦਸਤੀ ਕੀਤੀ ਹੈ। ਪੱਤੇ ਤਾਂ ਟੁੱਟ ਗਏ, ਪਰ ਦਰਦ ਪਿੱਛੇ ਛੱਡ ਗਏ ਹਨ। ਉਹ ਦਰਦ ਸ਼ਾਂਤੀ ਨਹੀਂ ਆਉਣ ਦਿੰਦਾ। ਸੋਚਦਾ ਹਾਂ ਅੱਜ ਸ਼ਾਮੀ ਜਾ ਕੇ ਪੱਕੇ ਪੱਤਿਆਂ ਦੇ ਝੜਨ ਦਾ ਭੇਤ ਉਹਨਾਂ ਨੂੰ ਦੱਸਾਂ। ਸੰਨਿਆਸ ਪਹਿਲਾਂ ਨਹੀਂ ਹੈ, ਗਿਆਨ ਹੈ ਪਹਿਲਾਂ। ਉਹਦੀ ਅੱਖ ਵਿੱਚ ਸੰਸਾਰ ਪੱਕੇ ਪੱਤਿਆਂ ਦੀ ਤਰ੍ਹਾਂ ਡਿੱਗ ਜਾਂਦਾ ਹੈ। ਸੰਨਿਆਸ ਲਿਆਂਦਾ ਨਹੀਂ ਜਾਂਦਾ, ਪਾਇਆ ਜਾਂਦਾ ਹੈ। ਗਿਆਨ ਦੀ ਕ੍ਰਾਂਤੀ ਦੇ ਬਾਅਦ ਤਿਆਗ ਕਸ਼ਟ ਨਹੀਂ, ਆਨੰਦ ਹੋ ਜਾਂਦਾ ਹੈ। ਧੰਨਵਾਦ। ਓਸ਼ੋ ਦਾ ਪ੍ਰਵਚਨ। ਗਿਆਨ ਤੇ ਗਿਆਨ ਵਿੱਚ ਫਰਕ ਹੈ। ਇੱਕ ਗਿਆਨ ਹੈ ਸਿਰਫ ਜਾਣਨਾ, ਜਾਣਕਾਰੀ, ਬੌਧਿਕ ਸਮਝ, ਤੇ ਇੱਕ ਗਿਆਨ ਹੈ ਅਨੁਭੂਤੀ, ਪ੍ਰਗਿਆ, ਜੀਵੰਤ ਪ੍ਰਤੀਤੀ। ਇੱਕ ਮਰੇ ਤੱਥਾਂ ਦਾ ਸੰਗ੍ਰਹਿ ਹੈ, ਇੱਕ ਜਿਉਂਦੇ ਸੱਚ ਦਾ ਬੋਧ ਹੈ। ਦੋਨਾਂ 'ਚ ਬਹੁਤ ਅੰਤਰ ਹੈ। ਧਰਤੀ ਤੇ ਆਕਾਸ਼ ਦਾ, ਅੰਧਕਾਰ ਤੇ ਪ੍ਰਕਾਸ਼ ਦਾ। ਬੌਧਿਕ ਗਿਆਨ ਕੋਈ ਗਿਆਨ ਨਹੀਂ ਹੈ, ਉਹ ਗਿਆਨ ਦਾ ਭਰਮ ਹੈ। ਕੀ ਅੰਨੇ ਵਿਅਕਤੀ ਨੂੰ ਕੋਈ ਪ੍ਰਕਾਸ਼ ਦਾ ਗਿਆਨ ਹੋ ਸਕਦਾ ਹੈ? ਬੌਧਿਕ ਗਿਆਨ ਅਜਿਹਾ ਹੀ ਗਿਆਨ ਹੈ। ਅਜਿਹੇ ਗਿਆਨ ਦਾ ਭਰਮ ਅਗਿਆਨ ਨੂੰ ਢੱਕ ਲੈਂਦਾ ਹੈ। ਉਹ ਆਵਰਣ ਮਾਤਰ ਹੈ। ਉਹਦੇ ਸ਼ਬਦ ਜਾਲ ਤੇ ਵਿਚਾਰਾਂ ਦੇ ਧੂਏ 'ਚ ਅਗਿਆਨ ਲੁਕ ਜਾਂਦਾ ਹੈ। ਇਹ ਅਗਿਆਨ ਤੋਂ ਵੀ ਘਾਤਕ ਹੈ, ਕਿਉਂਕਿ ਅਗਿਆਨ ਦਿਸਦਾ ਹੈ ਤੇ ਉਸ ਤੋਂ ਉੱਪਰ ਉੱਠਣ ਦੀ ਇੱਛਾ ਤਾਂ ਪੈਦਾ ਹੁੰਦੀ ਹੈ, ਪਰ ਉਹ ਨਾ ਦਿਸੇ ਤਾਂ ਉਸ ਤੋਂ ਮੁਕਤ ਹੋਣਾ ਸੰਭਵ ਹੀ ਨਹੀਂ ਰਹਿ ਜਾਂਦਾ। ਅਖੌਤੀ ਗਿਆਨੀ ਗਿਆਨ ਵਿੱਚ ਹੀ ਨਸ਼ਟ ਹੋ ਜਾਂਦੇ ਹਨ। ਗਿਆਨ, ਸੱਚ ਗਿਆਨ ਬਾਹਰੋਂ ਨਹੀਂ ਆਉਂਦਾ, ਤੇ ਜੋ ਬਾਹਰੋਂ ਆਏ ਜਾਣਨਾ ਉਹ ਗਿਆਨ ਨਹੀਂ ਹੈ, ਸਿਰਫ ਜਾਣਕਾਰੀ ਹੀ ਹੈ। ਅਜਿਹੇ ਗਿਆਨ ਦੇ ਭਰਮ 'ਚ ਡਿੱਗਣ ਤੋਂ ਸਾਵਧਾਨੀ ਰੱਖਣੀ ਜ਼ਰੂਰੀ ਹੈ। ਜੋ ਵੀ ਬਾਹਰੋਂ ਆਉਂਦਾ ਹੈ ਖੁਦ ਤੇ ਹੋਰ ਪਰਦਾ ਬਣ ਜਾਂਦਾ ਹੈ। ਗਿਆਨ ਅੰਦਰੋਂ ਜਾਗਦਾ ਹੈ, ਉਹ ਆਉਂਦਾ ਨਹੀਂ, ਜਾਗਦਾ ਹੈ, ਤੇ ਉਹਦੇ ਲਈ ਪਰਦੇ ਬਣਾਉਣੇ ਨਹੀਂ, ਤਜਣੇ ਹੁੰਦੇ ਹਨ। ਗਿਆਨ ਨੂੰ ਸਿੱਖਣਾ ਨਹੀਂ ਹੁੰਦਾ, ਉਹਨੂੰ ਉਘਾੜਨਾ ਹੁੰਦਾ ਹੈ। ਸਿੱਖਿਆ ਹੋਇਆ ਗਿਆਨ ਜਾਣਕਾਰੀ ਹੈ, ਉਘਾੜਿਆ ਹੋਇਆ ਗਿਆਨ ਅਨੁਭੂਤੀ ਹੈ। ਤੇ ਜਿਸ ਗਿਆਨ ਨੂੰ ਸਿੱਖਿਆ ਜਾਏ ਉਹਦੇ ਅਨੁਸਾਰ ਜੀਵਨ ਨੂੰ ਜ਼ਬਰਦਸਤੀ ਢਾਲਣਾ ਪੈਂਦਾ ਹੈ। ਫਿਰ ਵੀ ਉਹ ਸੰਪੂਰਨ ਉਹਦੇ ਅਨੁਕੂਲ ਨਹੀਂ ਹੋ ਪਾਉਂਦਾ। ਉਸ ਗਿਆਨ ਤੇ ਜੀਵਨ ਵਿੱਚ ਇੱਕ ਅੰਤਰ ਦਵੰਦ ਬਣਿਆ ਹੀ ਰਹਿੰਦਾ ਹੈ। ਪਰ ਜੋ ਗਿਆਨ ਉਘਾੜਿਆ ਜਾਂਦਾ ਹੈ ਉਹਦੇ ਆਗਮਨ ਨਾਲ ਹੀ ਆਚਰਣ ਸਹਿਜ ਉਸ ਦੇ ਅਨੁਕੂਲ ਹੋ ਜਾਂਦਾ ਹੈ। ਸੱਚ ਗਿਆਨ ਦੇ ਵਿਪਰੀਤ ਜੀਵਨ ਦਾ ਹੋਣਾ ਇੱਕ ਅਸੰਭਾਵਨਾ ਹੈ। ਅਜਿਹਾ ਅੱਜ ਤੱਕ ਧਰਤੀ ਤੇ ਕਦੀ ਨਹੀਂ ਹੋਇਆ। ਇੱਕ ਕਹਾਣੀ ਯਾਦ ਆਉਂਦੀ ਹੈ। ਇੱਕ ਸੰਘਣੇ ਜੰਗਲ ਦੇ ਬਿਖੜੇ ਰਾਹ ਤੇ ਦੋ ਮੁਨੀ ਸਨ। ਸਰੀਰਕ ਦ੍ਰਿਸ਼ਟੀ ਤੋਂ ਪਿਤਾ ਪੁੱਤਰ ਸਨ। ਪੁੱਤਰ ਅੱਗੇ ਸੀ, ਪਿਤਾ ਪਿੱਛੇ। ਰਸਤਾ ਸੀ ਇੱਕਦਮ ਖਾਲੀ ਤੇ ਭਿਆਨਕ, ਤੇ ਫਿਰ ਅਚਾਨਕ ਸ਼ੇਰ ਦਾ ਦਹਾੜਨਾ ਹੋਇਆ।
ਪਿਤਾ ਨੇ ਪੁੱਤਰ ਨੂੰ ਕਿਹਾ, ਤੂੰ ਪਿੱਛੇ ਆ ਜਾ, ਖਤਰਾ ਹੈ। ਪੁੱਤਰ ਹੱਸਣ ਲੱਗਿਆ ਤੇ ਅੱਗੇ ਚੱਲਦਾ ਸੀ। ਅੱਗੇ ਚੱਲਦਾ ਰਿਹਾ। ਪਿਤਾ ਨੇ ਦੁਬਾਰਾ ਕਿਹਾ। ਸ਼ੇਰ ਸਾਹਮਣੇ ਆ ਗਿਆ ਸੀ। ਮੌਤ ਦਰਵਾਜ਼ੇ ਤੇ ਖੜੀ ਸੀ। ਪੁੱਤਰ ਬੋਲਿਆ, ਮੈਂ ਸਰੀਰ ਨਹੀਂ ਆ ਤਾਂ ਖਤਰਾ ਕਿੱਥੇ ਹੈ? ਤੁਸੀਂ ਵੀ ਤਾਂ ਇਹੀ ਕਹਿੰਦੇ ਹੋ ਨਾ? ਪਿਤਾ ਨੇ ਭੱਜਦੇ ਹੋਏ ਚੀਕਦਿਆਂ ਗਿਆ, ਪਾਗਲ, ਸ਼ੇਰ ਦਾ ਰਸਤਾ ਛੱਡ ਦੇ। ਪਰ ਪੁੱਤਰ ਹੱਸਦਾ ਹੀ ਰਿਹਾ, ਅੱਗੇ ਵੱਧਦਾ ਹੀ ਰਿਹਾ। ਸ਼ੇਰ ਦਾ ਹਮਲਾ ਵੀ ਹੋ ਗਿਆ। ਉਹ ਡਿੱਗ ਪਿਆ ਸੀ, ਪਰ ਉਹਨੂੰ ਦਿਸ ਰਿਹਾ ਸੀ ਕਿ ਜੋ ਡਿੱਗਿਆ ਹੈ ਉਹ ਮੈਂ ਨਹੀਂ ਹਾਂ। ਸਰੀਰ ਉਹ ਨਹੀਂ ਸੀ, ਇਸ ਲਈ ਉਹਦੀ ਕੋਈ ਮੌਤ ਵੀ ਨਹੀਂ ਸੀ। ਜੋ ਪਿਤਾ ਕਹਿੰਦਾ ਸੀ ਉਹਨੂੰ ਦਿਸ ਵੀ ਰਿਹਾ ਸੀ ਤੇ ਉਹ ਅੰਤਰ ਮਹਾਨ ਹੈ। ਪਿਤਾ ਦੁਖੀ ਸੀ ਤੇ ਦੂਰ ਖੜੇ ਉਹਦੀਆਂ ਅੱਖਾਂ 'ਚ ਹੰਝੂ ਸਨ ਤੇ ਪੁੱਤਰ ਖੁਦ ਦ੍ਰਿਸ਼ਟਾ ਹੀ ਰਹਿ ਗਿਆ ਸੀ। ਉਹ ਜੀਵਨ ਵਿੱਚ ਦ੍ਰਿਸ਼ਟਾ ਸੀ ਤਾਂ ਮੌਤ ਵਿੱਚ ਵੀ ਦ੍ਰਿਸ਼ਟਾ ਸੀ। ਉਹਨੂੰ ਨਾ ਦੁੱਖ ਸੀ ਨਾ ਦਰਦ। ਉਹ ਅਵਿਚਲ ਤੇ ਨਿਰਵਿਕਾਰ ਸੀ, ਕਿਉਂਕਿ ਜੋ ਵੀ ਹੋ ਰਿਹਾ ਸੀ ਉਹਦੇ ਬਾਹਰ ਹੋ ਰਿਹਾ ਸੀ। ਉਹ ਖੁਦ ਕਿਤੇ ਵੀ ਉਸ 'ਚ ਸ਼ਾਮਲ ਨਹੀਂ ਸੀ। ਇਸੇ ਲਈ ਕਹਿੰਦਾ ਕਿ ਗਿਆਨ ਤੇ ਗਿਆਨ 'ਚ ਫਰਕ ਹੈ। ਧੰਨਵਾਦ। ਓਸ਼ੋ ਦਾ ਲੈਕਚਰ। ਸਮਾਧੀ ਕੀ ਹੈ? ਕਿਸੇ ਨੇ ਕਿਹਾ ਹੈ ਬੂੰਦ ਦਾ ਸਾਗਰ 'ਚ ਮਿਲ ਜਾਣਾ। ਕਿਸੇ ਨੇ ਕਿਹਾ ਹੈ ਸਾਗਰ ਦਾ ਬੂੰਦ ਵਿੱਚ ਉਤਰ ਜਾਣਾ। ਮੈਂ ਕਹਿੰਦਾ ਹਾਂ ਬੂੰਦ ਤੇ ਸਾਗਰ ਦਾ ਮਿਟ ਜਾਣਾ। ਜਿੱਥੇ ਨਾ ਬੂੰਦ ਹੈ ਨਾ ਸਾਗਰ ਹੈ, ਉੱਥੇ ਸਮਾਧੀ ਹੈ। ਜਿੱਥੇ ਨਾ ਇੱਕ ਹੈ ਨਾ ਅਨੇਕ ਹੈ, ਉੱਥੇ ਸਮਾਧੀ ਹੈ। ਜਿੱਥੇ ਨਾ ਸੀਮਾ ਹੈ ਨਾ ਅਸੀਮ ਹੈ, ਉੱਥੇ ਸਮਾਧੀ ਹੈ। ਸਮਾਧੀ ਸੱਤਾ ਦੇ ਨਾਲ ਇੱਕਮਿਕਤਾ ਹੈ। ਸਮਾਧੀ ਸੱਚ ਹੈ। ਸਮਾਧੀ ਚੇਤਨਤਾ ਹੈ। ਸਮਾਧੀ ਸ਼ਾਂਤੀ ਹੈ। ਮੈਂ ਸਮਾਧੀ 'ਚ ਨਹੀਂ ਹੁੰਦਾ ਹਾਂ। ਸਿਰਫ ਜਦੋਂ ਮੈਂ ਨਹੀਂ ਹੁੰਦਾ, ਉਦੋਂ ਜੋ ਹੈ ਉਹ ਸਮਾਧੀ ਹੈ। ਤੇ ਸ਼ਾਇਦ ਇਹ ਮੈਂ ਜੋ ਕਿ ਮੈਂ ਨਹੀਂ ਹੈ, ਵਾਸਤਵਿਕ ਮੈਂ ਹੈ। ਮੈਂ ਦੀਆਂ ਦੋ ਸਤ੍ਹਾ ਹਨ, ਅਹੰ ਤੇ ਬ੍ਰਹਮ। ਅਹੰ ਉਹ ਹੈ ਜੋ ਮੈਂ ਨਹੀਂ ਹਾਂ, ਪਰ ਜੋ ਮੈਂ ਵਰਗਾ ਲੱਗਦਾ ਹੈ। ਬ੍ਰਹਮ ਉਹ ਹੈ ਜੋ ਮੈਂ ਹਾਂ, ਲੇਕਿਨ ਜੋ ਮੈਂ ਵਰਗਾ ਪ੍ਰਤੀਤ ਨਹੀਂ ਹੁੰਦਾ। ਚੇਤਨਾ ਸ਼ੁੱਧ ਚੇਤਨਤਾ ਬ੍ਰਹਮ ਹੈ। ਮੈਂ ਸ਼ੁੱਧ ਸਾਖਸ਼ੀ ਚੇਤਨਤਾ ਹਾਂ, ਪਰ ਵਿਚਾਰ ਪ੍ਰਵਾਹ ਦੇ ਤਾਲਮੇਲ ਦੇ ਕਾਰਨ ਉਹ ਦਿਖਾਈ ਨਹੀਂ ਦਿੰਦਾ। ਵਿਚਾਰ ਖੁਦ ਚੇਤਨਾ ਨਹੀਂ ਹੈ। ਵਿਚਾਰ ਨੂੰ ਜੋ ਜਾਣਦਾ ਉਹ ਚੇਤਨਤਾ ਹੈ। ਵਿਚਾਰ ਦਾ ਵੀ ਜੋ ਦ੍ਰਿਸ਼ਟਾ ਹੈ ਉਹ ਚੇਤਨਤਾ ਹੈ। ਵਿਚਾਰ ਵਿਸ਼ਾ ਹੈ, ਚੇਤਨਾ ਵਿਸ਼ਈ ਹੈ। ਵਿਸ਼ੇ ਨਾਲ ਵਿਸ਼ਈ ਦਾ ਤਾਲਮੇਲ ਬੇਹੋਸ਼ੀ ਹੈ। ਇਹ ਅਸਮਾਧੀ ਹੈ। ਇਹੀ ਅਪ੍ਰਸਪਤ ਹੈ। ਵਿਚਾਰ ਵਿਸ਼ੇ ਦੀ ਅਣਹੋਂਦ ਵਿੱਚ ਜੋ ਬਾਕੀ ਹੈ ਉਹੀ ਚੇਤਨਾ ਹੈ। ਇਸ ਬਾਕੀ ਵਿੱਚ ਹੀ ਹੋਣਾ ਸਮਾਧੀ ਹੈ। ਵਿਚਾਰ ਸ਼ੂਨਯਤਾ ਵਿੱਚ ਜਾਗਰਣ ਸੱਤਾ ਦੇ ਦਰਵਾਜ਼ੇ ਖੋਲ ਦਿੰਦਾ ਹੈ। ਸੱਤਾ ਅਰਥਾਤ ਉਹੀ ਜੋ ਹੈ, ਉਸ ਵਿੱਚ ਜਾਗੋ। ਇਹੀ ਸਾਰੇ ਜਾਗਰਤ ਪੁਰਸ਼ਾਂ ਦੀ ਬਾਣੀ ਦਾ ਸਾਰ ਹੈ। ਧੰਨਵਾਦ। ਓਸ਼ੋ ਦਾ ਲੈਕਚਰ। ਮੈਂ ਮਾਲੀ ਨੂੰ ਬੀਜ ਬੀਜਦੇ ਦੇਖਦਾ, ਫਿਰ ਉਹ ਖਾਦ ਦਿੰਦਾ ਹੈ, ਪਾਣੀ ਦਿੰਦਾ ਹੈ ਤੇ ਫੁੱਲਾਂ ਦੇ ਆਉਣ ਦਾ ਇੰਤਜ਼ਾਰ ਕਰਦਾ ਹੈ। ਫੁੱਲ ਖਿੱਚ ਕੇ ਜ਼ਬਰਦਸਤੀ ਪੌਦੇ 'ਚੋਂ ਨਹੀਂ ਕੱਢੇ ਜਾਂਦੇ। ਉਹਨਾਂ ਦੀ ਤਾਂ ਧੀਰਜ ਨਾਲ ਇੰਤਜ਼ਾਰ ਕਰਨੀ ਪੈਂਦੀ ਹੈ। ਪ੍ਰੇਮ ਤੇ ਇੰਤਜ਼ਾਰ। ਇਸੇ ਤਰ੍ਹਾਂ ਹੀ ਪ੍ਰਭੂ ਦੇ ਬੀਜ ਵੀ ਬੀਜਣੇ ਹੁੰਦੇ ਹੈ ਤੇ ਇਸੇ ਤਰ੍ਹਾਂ ਹੀ ਅਲੌਕਿਕ ਜੀਵਨ ਦੇ ਫੁੱਲਾਂ ਦੇ ਖਿੜਨ ਦਾ ਵੀ ਰਾਹ ਦੇਖਣਾ ਹੁੰਦਾ ਹੈ। ਪ੍ਰਾਰਥਨਾ ਤੇ ਇੰਤਜ਼ਾਰ। ਜੋ ਇਹਦੇ ਵਿਪਰੀਤ ਚੱਲਦਾ ਹੈ, ਅਧੀਰਜ ਪ੍ਰਗਟ ਕਰਦਾ ਹੈ, ਉਹ ਕਿਤੇ ਵੀ ਨਹੀਂ ਪਹੁੰਚਦਾ। ਅਧੀਰਜ ਉਸ ਵਿਕਾਸ ਲਈ ਚੰਗੀ ਖਾਦ ਨਹੀਂ ਹੁੰਦੀ। ਸ਼ਾਂਤੀ ਨਾਲ, ਧੀਰਜ ਤੇ ਪ੍ਰੀਤੀ ਨਾਲ ਇੰਤਜ਼ਾਰ ਕਰਨ ਦੇ ਕਿਸੇ ਸਵੇਰ ਆਪਣੇ ਆਪ ਫੁੱਲ ਖਿੜ ਜਾਂਦੇ ਹਨ। ਉਹਨਾਂ ਦੀ ਖੁਸ਼ਬੂ ਜੀਵਨ ਦੇ ਵਿਹੜੇ ਨੂੰ ਸੁਗੰਧਿਤ ਕਰ ਦਿੰਦੀ ਹੈ। ਅਨੰਤ ਦੇ ਫੁੱਲਾਂ ਦੇ ਲਈ ਅਨੰਤ ਇੰਤਜ਼ਾਰ ਜ਼ਰੂਰੀ ਹੈ, ਪਰ ਯਾਦ ਰਹੇ ਕਿ ਜੋ ਓਨੇ ਇੰਤਜ਼ਾਰ ਦੇ ਲਈ ਤਤਪਰ ਹੁੰਦਾ ਹੈ, ਉਹਦੀ ਪ੍ਰਾਪਤੀ ਦਾ ਸਮਾਂ ਉਸੇ ਪਲ ਆ ਜਾਂਦਾ ਹੈ। ਅਨੰਤ ਧੀਰਜ ਹੀ ਅਨੰਤ ਨੂੰ ਪਾਉਣ ਦੀ ਇੱਕੋ ਇੱਕ ਸ਼ਰਤ ਹੈ। ਉਸ ਸ਼ਰਤ ਦੇ ਪੂਰੇ ਹੁੰਦੇ ਹੀ ਉਹ ਪ੍ਰਾਪਤ ਹੋ ਜਾਂਦਾ ਹੈ। ਉਹਨੇ ਕਿਤੇ ਬਾਹਰੋਂ ਥੋੜ੍ਹਾ ਆਉਣਾ ਹੁੰਦਾ ਹੈ। ਉਹ ਤਾਂ ਅੰਦਰ ਦਾ ਹੀ ਵਿਕਾਸ ਹੈ। ਉਹ ਤਾਂ ਮੌਜੂਦ ਹੀ ਹੈ, ਪਰ ਅਧੀਰਜ ਅਤੇ ਅਸ਼ਾਂਤੀ ਦੇ ਕਾਰਨ
ਅਸੀਂ ਉਹਨੂੰ ਦੇਖ ਨਹੀਂ ਪਾਉਂਦੇ ਹਾਂ। ਧੰਨਵਾਦ। ਓਸ਼ੋ ਦਾ ਪ੍ਰਵਚਨ। ਮਨੁੱਖ ਦਾ ਮਨ ਅਦਭੁਤ ਹੈ। ਇਹੀ ਹੈ ਰਹੱਸ ਸੰਸਾਰ ਤੇ ਮੋਕਸ਼ ਦਾ। ਪਾਪ ਤੇ ਪੁੰਨ, ਬੰਧਨ ਤੇ ਮੁਕਤੀ, ਸਵਰਗ ਤੇ ਨਰਕ ਸਾਰੇ ਉਸੇ ਵਿੱਚ ਸਮਾਏ ਹੋਏ ਹਨ। ਹਨੇਰਾ ਤੇ ਰੌਸ਼ਨੀ ਸਭ ਉਸੇ ਦਾ ਹੈ। ਉਸ ਵਿੱਚ ਹੀ ਜਨਮ ਹੈ, ਉਸ ਵਿੱਚ ਹੀ ਮੌਤ ਹੈ। ਉਹੀ ਹੈ ਦਰਵਾਜ਼ਾ ਬਾਹਰੀ ਜਗਤ ਦਾ, ਉਹੀ ਹੈ ਪੌੜੀ ਅੰਤਿਮ ਦੀ, ਤੇ ਉਹਦਾ ਹੀ ਨਾ ਹੋ ਜਾਣਾ ਦੋਨਾਂ ਦੇ ਪਾਰ ਹੋ ਜਾਣਾ ਹੈ। ਮਨ ਸਭ ਕੁਝ ਹੈ, ਸਭ ਉਹਦੀ ਹੀ ਲੀਲਾ ਤੇ ਕਲਪਨਾ ਹੈ। ਉਹ ਗੁਆਚ ਜਾਏ ਤਾਂ ਸਾਰੀ ਲੀਲਾ ਖਤਮ ਹੋ ਜਾਂਦੀ ਹੈ। ਕੱਲ ਕਿਤੇ ਕਿਹਾ ਸੀ, ਕੋਈ ਪੁੱਛਣ ਆਇਆ, ਮਨ ਤਾਂ ਬੜਾ ਚੰਚਲ ਹੈ, ਉਹ ਗੁਆਚੇ ਕਿਵੇਂ? ਮਨ ਤਾਂ ਬੜਾ ਗੰਦਾ ਹੈ, ਉਹ ਨਿਰਮਲ ਕਿਵੇਂ ਹੋਵੇ? ਮੈਂ ਫੇਰ ਇੱਕ ਕਹਾਣੀ ਕਹੀ। ਬੁੱਧ ਜਦੋਂ ਬਿਰਧ ਹੋ ਗਏ ਸਨ, ਤਦ ਇੱਕ ਦੁਪਹਿਰ ਇੱਕ ਜੰਗਲ 'ਚ ਇੱਕ ਦਰਖਤ ਥੱਲੇ ਵਿਸ਼ਰਾਮ ਨੂੰ ਰੁਕੇ। ਉਹਨਾਂ ਨੂੰ ਪਿਆਸ ਲੱਗੀ ਤਾਂ ਆਨੰਦ ਕੋਲ ਦੇ ਪਹਾੜੀ ਝਰਨੇ ਤੋਂ ਪਾਣੀ ਲੈਣ ਗਿਆ ਸੀ। ਪਰ ਝਰਨੇ ਵਿੱਚੋਂ ਹੁਣੇ-ਹੁਣੇ ਗੱਡੀਆਂ ਨਿਕਲੀਆਂ ਸੀ ਤੇ ਉਹਦਾ ਸਾਰਾ ਪਾਣੀ ਗੰਦਾ ਹੋ ਗਿਆ ਸੀ। ਚਿੱਕੜ ਹੀ ਚਿੱਕੜ ਤੇ ਸੁੱਕੇ ਤੇ ਸੜੇ ਪੱਤੇ ਉਸ ਵਿੱਚ ਉੱਭਰ ਕੇ ਆ ਗਏ ਸਨ। ਆਨੰਦ ਉਹਦਾ ਪਾਣੀ ਬਿਨਾਂ ਲਏ ਵਾਪਸ ਮੁੜ ਆਇਆ। ਉਹਨੇ ਬੁੱਧ ਨੂੰ ਕਿਹਾ, ਝਰਨੇ ਦਾ ਪਾਣੀ ਨਿਰਮਲ ਨਹੀਂ ਹੈ। ਮੈਂ ਪਿੱਛੇ ਮੁੜ ਕੇ ਨਦੀ 'ਚੋਂ ਪਾਣੀ ਲੈ ਆਉਂਦਾ। ਨਦੀ ਬਹੁਤ ਦੂਰ ਸੀ। ਬੁੱਧ ਨੇ ਉਸੇ ਝਰਨੇ ਦਾ ਪਾਣੀ ਲਿਆਉਣ ਨੂੰ ਵਾਪਸ ਮੋੜ ਦਿੱਤਾ। ਆਨੰਦ ਥੋੜੀ ਦੇਰ ਪਿੱਛੋਂ ਫਿਰ ਖਾਲੀ ਮੁੜ ਆਇਆ। ਉਹ ਪਾਣੀ ਉਹਨੂੰ ਲਿਆਉਣ ਵਾਲਾ ਨਹੀਂ ਲੱਗਿਆ, ਪਰ ਬੁੱਧ ਨੇ ਉਹਨੂੰ ਇਸ ਵਾਰ ਵੀ ਵਾਪਸ ਮੋੜ ਦਿੱਤਾ ਤੇ ਤੀਸਰੀ ਵਾਰੀ ਆਨੰਦ ਝਰਨੇ ਤੇ ਪਹੁੰਚਿਆ ਦੇਖ ਕੇ ਹੈਰਾਨ ਹੋ ਗਿਆ ਕਿ ਝਰਨਾ ਹੁਣ ਤੱਕ ਬਿਲਕੁਲ ਨਿਰਮਲ ਤੇ ਸ਼ਾਂਤ ਹੋ ਗਿਆ ਸੀ। ਚਿੱਕੜ ਬੈਠ ਗਿਆ ਸੀ, ਪਾਣੀ ਬਿਲਕੁਲ ਨਿਰਮਲ ਹੋ ਗਿਆ ਸੀ। ਇਹ ਕਹਾਣੀ ਮੈਨੂੰ ਬੜੀ ਪਿਆਰੀ ਲੱਗਦੀ ਹੈ। ਇਹ ਸਥਿਤੀ ਮਨ ਦੀ ਵੀ ਹੈ। ਜੀਵਨ ਦੀਆਂ ਗੱਡੀਆਂ ਉਹਨੂੰ ਚੰਚਲ ਕਰ ਜਾਂਦੀਆਂ ਹਨ, ਪਰ ਜੇ ਕੋਈ ਸ਼ਾਂਤੀ ਤੇ ਧੀਰਜ ਨਾਲ ਉਹਨੂੰ ਬੈਠਾ ਦੇਖਦਾ ਰਹੇ ਤਾਂ ਚਿੱਕੜ ਖੁਦ ਥੱਲੇ ਬੈਠ ਜਾਂਦਾ ਹੈ। ਸਹਿਜ ਨਿਰਮਲਤਾ ਦਾ ਆਗਮਨ ਹੋ ਜਾਂਦਾ ਹੈ। ਮਨ ਦੀ ਨਿਰਮਲਤਾ ਵਿੱਚ ਜੀਵਨ ਨਵਾਂ ਹੋ ਜਾਂਦਾ ਹੈ। ਸਿਰਫ ਧੀਰਜ ਦੀ ਗੱਲ ਹੈ ਤੇ ਸ਼ਾਂਤ ਇੰਤਜ਼ਾਰ ਦੀ, ਤੇ ਬਿਨਾਂ ਕੁਝ ਕੀਤੇ ਮਨ ਦਾ ਚਿੱਕੜ ਬੈਠ ਜਾਂਦਾ ਹੈ। ਸਿਰਫ ਸਾਖਸ਼ੀ ਹੋਣਾ ਹੈ ਤੇ ਮਨ ਨਿਰਮਲ ਹੋ ਜਾਂਦਾ ਹੈ। ਮਨ ਨੂੰ ਨਿਰਮਲ ਕਰਨਾ ਨਹੀਂ ਹੁੰਦਾ, ਕਰਨ ਨਾਲ ਹੀ ਕਠਿਨਾਈ ਬਣ ਜਾਂਦੀ ਹੈ। ਉਹਨੂੰ ਤਾਂ ਸਿਰਫ ਕਿਨਾਰੇ ਤੇ ਬੈਠ ਕੇ ਦੇਖੋ ਤੇ ਫਿਰ ਦੇਖੋ ਕਿ ਕੀ ਹੁੰਦਾ ਹੈ। ਧੰਨਵਾਦ।